ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਜੀਓ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਪਿਛਲੇ ਦਿਨੀ ਆਪਾਂ ਇਹ ਸ਼ਬਦ ਦੇ ਪਹਿਲੇ ਪਦੇ ਸਰਵਣ ਕੀਤੇ ਸੀ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਤ ਹੋਈ। ਮਤਲਬ ਕਿ ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਦੋਂ ਉਚਾਰਨ ਕੀਤਾ? ਜਦੋਂ ਉਹਨਾਂ ਦੇ ਕੋਲ ਕੁਝ ਵਿਦਵਾਨ ਪੰਡਤ ਆਏ ਔਰ ਉਹਨਾਂ ਨੇ ਬਚਨ ਵਿਲਾਸ ਕੀਤੇ ਕਿ ਮਹਾਰਾਜ ਤੁਹਾਡੇ ਮਤ ਵਿੱਚ ਬੜਾ ਨਾਮ ਦੇ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ, ਇਹਦਾ ਕੀ ਕਾਰਨ ਹੈ? ਸਾਡੇ ਮਤ ਵਿੱਚ ਤਾਂ ਅਸੀਂ ਵੇਦਾਂ ਦੀ ਵਿਆਖਿਆ ਕਰਦੇ ਹਾਂ, ਵੇਦਾਂ ਦੇ ਬਖਤੇ ਹਾਂ, ਸਾਡੇ ਮੂੰਹ ਜ਼ੁਬਾਨੀ ਵੇਦ ਯਾਦ ਹਨ, ਪਰ ਤੁਹਾਡੀ ਮਤ ਵਿੱਚ ਇਸ ਦਾ ਕੀ ਕਾਰਨ ਹੈ ਕਿ ਜ਼ਿਆਦਾਤਰ ਜਿਹੜਾ ਹੈ ਨਾਮ ਜਪੋ, ਨਾਮ ਦੇ ਨਾਲ ਹੀ ਜੋੜਿਆ ਜਾਂਦਾ ਹੈ, ਨਾਮ ਜਪਣ ਦੀ ਗੱਲ ਕੀਤੀ ਜਾਂਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਤੱਕ ਪਹੁੰਚਾ ਸਕਦਾ। ਉਹ ਦੂਸਰੀ ਗੱਲ ਹੈ ਕਿ ਸਾਨੂੰ ਗ੍ਰੰਥਾਂ ਦਾ ਗਿਆਨ ਹੋ ਗਿਆ, ਵੇਦਾਂ ਦਾ ਗਿਆਨ ਹੋ ਗਿਆ,
ਪਰ ਸਿੱਖਿਆਨ ਨੂੰ ਲੈ ਕੇ ਮਨੁੱਖ ਨੂੰ ਹੰਕਾਰ ਵੀ ਹੋ ਜਾਂਦਾ ਕਿ ਮੈਂ ਵੱਡਾ ਗਿਆਨੀ ਹਾਂ, ਵੇਦਾਂਤੀ ਹਾਂ, ਪੰਡਤ ਹਾਂ। ਲੇਕਿਨ ਜਦੋਂ ਅਸੀਂ ਗੁਰੂ ਨੂੰ ਪੁੱਛ ਕੇ ਪਰਮੇਸ਼ਰ ਨਾਲ ਜੁੜਾਂਗੇ ਤਾਂ ਅਸਲ ਵਿੱਚ ਅਸੀਂ ਇੱਕ ਸ਼ਬਦ ਲੈ ਕੇ ਉਹਦੇ ਤੱਕ ਪਹੁੰਚ ਸਕਦੇ ਹਾਂ। ਏਕ ਅੱਖਰ ਮੇਰਾ ਮਨ ਵਸਤ। ਤੋ ਇੱਕ ਸ਼ਬਦ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ, ਉਹ ਹੈ ਮੰਤਰ ਜੋ ਸਾਨੂੰ 5 ਪਿਆਰਿਆਂ ਤੋਂ ਮਿਲਿਆ, ਵਾਹਿਗੁਰੂ ਮੰਤਰ। ਪਰਮੇਸ਼ਰ ਦੇ ਕਾ ਨਾਮ ਹੈ, ਰਾਮ ਵੀ ਉਸ ਦਾ ਨਾਮ ਹੈ, ਵਾਹਿਗੁਰੂ ਵੀ ਉਸ ਦਾ ਨਾਮ ਹੈ। ਅੱਲਾ, ਖੁਦਾ, ਗੌਡ ਆਦਿ ਬੇਅੰਤ ਨਾਮ ਸੰਸਾਰ ਦੇ ਵਿੱਚ ਉਸ ਦੇ ਚੱਲਦੇ ਹਨ, ਪਰ ਇੱਕ ਨੂੰ ਹੀ ਜਪਿਆ ਜਾ ਸਕਦਾ ਹੈ ਨਾ। ਦਰਿਆ ਦੇ ਵਿੱਚ ਕਿਤਨੀਆਂ ਕਿਸ਼ਤੀਆਂ, ਕਿਤਨੀਆਂ ਬੇੜੀਆਂ ਖੜੀਆਂ ਹੁੰਦੀਆਂ, ਤੁਸੀਂ ਪਾਰ ਹੋਣਾ ਕਿਸੇ ਇੱਕ ਵਿੱਚ ਬੈਠ ਕੇ ਪਾਰ ਹੋਵਾਂਗੇ, ਸਾਰੀਆਂ ਵਿੱਚ ਥੋੜ੍ਹਾ ਬੈਠਾਂਗੇ। ਦੋਵਾਂ ਵਿੱਚ ਵੀ ਨਹੀਂ ਪੈਰ ਧਰਿਆ ਜਾਂਦਾ, ਇੱਕ ਵਿੱਚ ਬੈਠ ਕੇ ਹੀ ਪਾਰ ਲੱਗ ਸਕਦੇ ਹਾਂ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਦਸਾਂ ਗੁਰੂਆਂ ਨੇ, ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਨਾਮ ਦੇ ਨਾਲ ਜੁੜਨ ਦੀ ਗੱਲ ਕਰਦੇ ਹਨ। ਉਸ ਤੋਂ ਬਾਅਦ ਪੰਡਤਾਂ ਨੇ ਅਗਲਾ ਪ੍ਰਸ਼ਨ ਕੀਤਾ ਕਿ ਫਿਰ ਕਿਹਨੂੰ ਜਪੀਏ, ਉਹ ਕਿਹੋ ਜਿਹਾ ਹੈ? ਨਿਰਗੁਣ ਹੈ ਕਿ ਸਰਗੁਣ ਹੈ? ਉਹ ਰੰਗ ਰੂਪ ਰਹਿਤ ਹੈ ਜਾਂ ਰੰਗ ਰੂਪ ਵਾਲਾ ਹੈ? ਅਸੀਂ ਤਾਂ ਮੂਰਤੀ ਪੂਜਾ ਕਰਦੇ ਹਾਂ, ਕਿੰਨੇ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਹਨ ਸਾਡੇ ਕੋਲ। ਤੁਸੀਂ ਕਿਹਨੂੰ ਜਪਦੇ ਹੋ? ਕਹਿੰਦੇ ਅਸੀਂ ਨਿਰਗੁਣ ਨੂੰ, ਜਿਹਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਹੈ। ਫਿਰ ਉਹਨੂੰ ਕਿਵੇਂ ਜਪਿਆ ਜਾ ਸਕਦਾ? ਤਾਂ ਪਾਤਸ਼ਾਹ ਜੀ ਕਹਿ ਰਹੇ ਸੀਗੇ, ਇਹ ਸ੍ਰਿਸ਼ਟੀ ਨੂੰ ਉਹਦਾ ਰੂਪ ਮੰਨ ਕੇ, ਪਰ ਆਪਾਂ ਸ੍ਰਿਸ਼ਟੀ ਦੇ ਸਰੂਪਾਂ ਨਾਲ ਨਹੀਂ ਜੁੜਨਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਨੰਬਰ 2, ਜਿਵੇਂ ਸੂਰਜ ਇੱਕ ਹੈ, ਥੱਲੇ ਹਜ਼ਾਰਾਂ ਘੜਿਆਂ ਵਿੱਚ ਵੀ ਸੂਰਜ ਚੰਦਰਮਾ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਹੀ ਜੇ ਉਹ ਘੜੇ ਫੁੱਟ ਜਾਣ ਤੇ ਸੂਰਜ ਚੰਦਰਮਾ ਮਰਦਾ ਨਹੀਂ, ਉਸੇ ਤਰ੍ਹਾਂ ਹੀ ਉਹ ਪਰਮੇਸ਼ਰ ਇਹਨਾਂ ਸਾਰੇ ਜੀਵਾਂ ਦੇ ਵਿੱਚ ਸਮਾਇਆ ਹੋਇਆ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਇਸ ਕਰਕੇ ਪੰਡਤੋ ਵਿਦਵਾਨੋ, ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ। ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਉਹੋ ਜਿਹੀ ਦੁਨੀਆ ਦਿਸਦੀ ਹੈ। ਜੈਸਾ ਵੇਖੈ ਤੈਸਾ ਹੋਏ। ਅਤੇ ਜਿਹੋ ਜਿਹੀ ਦ੍ਰਿਸ਼ਟੀ ਹੁੰਦੀ ਹੈ, ਬੰਦਾ ਉਹੋ ਜਿਹਾ ਹੀ ਹੋ ਜਾਂਦਾ। ਇਸ ਕਰਕੇ ਗੁਰੂ ਕਿਰਪਾ ਕਰਕੇ ਪਹਿਲਾਂ ਸਾਨੂੰ ਦ੍ਰਿਸ਼ਟੀ ਦਿੰਦਾ ਵੇਖਣ ਦੀ, ਕਿ ਦੁਨੀਆ ਨੂੰ ਵੇਖਣਾ ਕਿਵੇਂ ਆ। ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣੇ, ਇੱਕ ਇਹ ਵੀ ਵਚਨ ਹੈ ਪ੍ਰੀਤਮ ਦਾ। ਇੱਕ ਦੁਨੀਆ ਦਾ ਖਿਆਲ ਵੀ ਹੈ। ਆਪਦਿਆਂ ਨੂੰ ਆਪਦੇ ਜਾਣਦਾ, ਬਗਾਨਿਆਂ ਨੂੰ ਆਪਦੇ ਨਹੀਂ ਜਾਣਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਡੀ ਨਿਗਾਹ ਦਾ ਹੀ ਪਹਿਲਾਂ ਆਪਰੇਸ਼ਨ ਕਰਦੇ ਆ। ਸਾਡੇ ਦੇਖਣ ਵਿੱਚ ਹੀ ਨੁਕਸ ਹੈ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਹੁਣ ਅਸੀਂ ਕਰਨਾ ਕੀ ਹੈ? ਨਿਰਗੁਣ ਅਤੇ ਸਰਗੁਣ ਦੇ ਵਿੱਚੋਂ ਕਿਹਨੂੰ ਫੜਨਾ? ਤੱਤ ਨੂੰ, ਜਿਹੜਾ ਨਿਰਗੁਣ ਵਿੱਚ ਵੀ ਹੈ ਅਤੇ ਸਰਗੁਣ ਵਿੱਚ ਵੀ ਹੈ। ਦੁਤੀਆ ਦੋਹ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਸਾਡਾ ਸਰੀਰ ਹੈ, ਬ੍ਰਹਮ ਵਿੱਚ ਬੋਲਣ ਵਾਲਾ ਹੈ। ਸਰੀਰ ਧਰਤੀ ਤੋਂ ਬਣਿਆ, ਸ੍ਰਿਸ਼ਟੀ 'ਚੋਂ ਬਣਿਆ, 5 ਤੱਤਾਂ ਤੋਂ ਬਣਿਆ। ਇਹਨੇ ਖਤਮ ਹੋ ਜਾਣਾ। ਵਿੱਚੋਂ ਬੋਲਣ ਵਾਲੇ ਨੇ ਜਦੋਂ ਵਿੱਚੋਂ ਨਿਕਲ ਜਾਣਾ, ਫਿਰ ਆਪਾਂ ਇਹਨੂੰ ਅੱਗ 'ਚ ਪਾ ਦੇਣਾ, ਮਿੱਟੀ 'ਚ ਪਾ ਦੇਣਾ, ਪਾਣੀ 'ਚ ਪਾ ਦੇਣਾ, ਜਲ ਪ੍ਰਵਾਹ ਕਰ ਦਿੰਦਾ, ਕੋਈ ਸੰਸਕਾਰ ਕਰ ਦਿੰਦਾ ਅੱਗ ਵਿੱਚ, ਅਤੇ ਕੋਈ ਇਸ ਨੂੰ ਧਰਤੀ ਵਿੱਚ ਨੱਪ ਦਿੰਦਾ, ਦਫਨਾ ਦਿੰਦਾ। ਭਾਵ ਇਹ ਦੋਨੇ ਇਕੱਠੇ ਰਹਿੰਦੇ ਹੈ, ਇੱਕ ਦੂਜੇ ਦੇ ਪੂਰਕ ਵੀ ਹੈ। ਮਾਇਆ ਤੋਂ ਬਿਨਾਂ ਬ੍ਰਹਮ ਦੀ ਸਮਝ ਨਹੀਂ ਆਉਂਦੀ, ਅਤੇ ਬ੍ਰਹਮ ਤੋਂ ਬਗੈਰ ਮਾਇਆ ਕਿਸੇ ਕੰਮ ਦੀ ਨਹੀਂ। ਭਾਵ ਸ੍ਰਿਸ਼ਟੀ ਜਿਹੜੀ, ਜਦੋਂ ਮਨੁੱਖ ਦੇ ਵਿੱਚੋਂ ਬੋਲਣ ਵਾਲਾ ਨਿਕਲ ਗਿਆ, ਫਿਰ ਇਹ ਸਰੀਰ ਵੀ ਕਿਸੇ ਕੰਮ ਦਾ ਨਹੀਂ। ਇਸ ਕਰਕੇ ਬ੍ਰਹਮ ਕਰਕੇ ਸਰੀਰ ਹੈ, ਮਾਇਆ ਹੈ, ਅਤੇ ਮਾਇਆ ਕਰਕੇ ਸਾਨੂੰ ਬ੍ਰਹਮ ਦੀ ਪਛਾਣ ਆਉਂਦੀ ਹੈ। ਗੁਰੂ ਮਾਇਆ ਦਾ ਚੋਲਾ ਧਾਰ ਕੇ ਦੁਨੀਆ ਵਿੱਚ ਆਇਆ, ਸਰੀਰ ਚੋਲਾ ਧਾਰਨਕ ਪਿਆ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਵਿਦਵਾਨੋ ਨਿਰਗੁਣ ਸਰਗੁਣ ਆਪੇ ਸੋਈ। ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ।
ਪਰ ਜਿਹਨੇ ਇਹਦੇ ਵਿੱਚੋਂ ਅਸਲੀਅਤ ਨੂੰ ਕੱਢ ਲਿਆ, ਜਿਵੇਂ ਘਿਓ ਦੇ ਵਿੱਚੋਂ, ਦੁੱਧ ਦੇ ਵਿੱਚੋਂ ਘਿਓ ਦੀ ਖੋਜ ਕੀਤੀ ਜਾਂਦੀ ਹੈ। ਵੈਸੇ ਤਾਂ ਘਿਓ, ਦੁੱਧ ਤੋਂ ਬਹੁਤ ਕੁਝ ਬਣਦਾ, ਮਠਿਆਈਆਂ ਬਣਦੀਆਂ ਦੁੱਧ ਤੋਂ। ਦੁੱਧ ਨੂੰ ਜਮਾਇਆ ਤੇ ਦਹੀਂ ਬਣ ਗਈ, ਦਹੀਂ ਨੂੰ ਉੜਕਿਆ ਤੇ ਮੱਖਣੀ ਬਣ ਗਈ, ਮੱਖਣੀ ਗਰਮ ਕੀਤੀ ਤੇ ਘਿਓ ਬਣ ਗਿਆ। ਹੁਣ ਦੁੱਧ ਵਿੱਚ ਸਭ ਤੋਂ ਕੀਮਤੀ ਵਸਤੂ ਘਿਓ ਹੈ, ਉਹ ਲੰਮੇ ਸਮੇਂ ਤੱਕ ਰੱਖਿਆ ਜਾ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਉਹ ਤੱਤ ਹੈ ਜਿਹੜਾ ਲੰਮੇ ਸਮੇਂ ਤੱਕ ਆਦਿ ਜੁਗਾਦੀ ਰਹਿਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਹਰੇਕ ਦੁੱਧ ਵਿੱਚ ਘਿਓ ਹੈ, ਪਰ ਕੱਢਣ ਵਾਸਤੇ ਤਾਂ ਫਿਰ ਕੋਸ਼ਿਸ਼ ਕਰਨੀ ਪੈਂਦੀ ਆ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹਰੇਕ ਜੀਵ ਦੇ ਵਿੱਚ ਪਰਮੇਸ਼ਰ ਹੈ, ਉਹਨੂੰ ਜਾਣਨ ਵਾਸਤੇ ਜਾਣਕਾਰਾਂ ਦੀ ਕੋਲੋਂ ਸਲਾਹ ਲੈਣੀ ਪੈਣੀ ਹੈ, ਜਾਣਕਾਰੀ ਲੈਣੀ ਪੈਣੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤਤ ਪਛਾਣੇ ਸੋ ਪੰਡਿਤ ਹੋਈ। ਅਸੀਂ ਪੰਡਿਤ ਕਿਸੇ ਜਾਤ ਪਾਤ ਨੂੰ ਨਹੀਂ ਕਹਿੰਦੇ ਵੀ ਇਹ ਪੰਡਤਾਂ ਦਾ ਮੁੰਡਾ, ਇਹ ਸੁਨਿਆਰਾਂ ਦਾ ਮੁੰਡਾ, ਇਹ ਘੁਮਿਆਰਾਂ ਦਾ ਮੁੰਡਾ। ਪੰਡਿਤ ਉਹ ਚੀਜ਼ ਨਹੀਂ ਹੈ। ਪੰਡਿਤ ਦਾ ਮਤਲਬ ਹੈ ਗਿਆਨੀ। ਅਤੇ ਸਾਡੇ ਕੋਲ ਗੁਰਮਤਿ ਵਿੱਚ ਕਿੰਨੇ ਗਿਆਨੀ ਹੈ। ਜੇ ਉਹਨਾਂ ਦੀਆਂ ਜਾਤਾਂ ਵੇਖੀਏ ਤਾਂ ਕੋਈ ਜ਼ਿਮੀਂਦਾਰਾਂ ਦਾ ਬੱਚਾ, ਕੋਈ ਸੁਨਿਆਰਾਂ ਦਾ ਬੱਚਾ, ਕੋਈ ਘੁਮਿਆਰਾਂ ਦਾ ਬੱਚਾ ਹੈ। ਭਗਤ ਰਵਿਦਾਸ ਜੀ ਚੁਮਿਆਰਾਂ ਦੇ ਪੁੱਤਰ ਹਨ। ਭਗਤ ਕਬੀਰ ਸਾਹਿਬ ਜੀ ਜੁਲਾਹਿਆਂ ਦੇ ਘਰੇ ਪੈਦਾ ਹੋਏ ਆ। ਭਗਤ ਨਾਮਦੇਵ ਜੀ ਸ਼ਿੰਬਿਆਂ ਦੇ ਘਰੇ ਪੈਦਾ ਹੋਏ ਆ। ਭਗਤ ਸੈਣ ਨਾਈਆਂ ਦੇ ਘਰੇ ਪੈਦਾ ਹੋਏ ਆ। ਪਰ ਇਹ ਸਾਰੇ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਰੱਬ ਦੇ ਪਿਆਰੇ ਹੈ। ਕਹੋ ਸਤਿਨਾਮ ਸ੍ਰੀ। ਇਹਦਾ ਮਤਲਬ ਪੰਡਿਤ ਜਿਹੜਾ ਇਹ ਵੀ ਕੋਈ ਜਾਤ ਨਹੀਂ ਹੈ। ਗਿਆਨੀ, ਪੰਡਿਤ, ਵਿਦਵਾਨ ਆਦਿ ਇਹ ਜਾਤਾਂ ਨਹੀਂ, ਇਹ ਤਾਂ ਇੱਕ ਸਾਡੀ ਪਦਵੀ ਹੈ ਗੁਰੂ ਪਿਆਰਿਓ। ਪਰ ਪਦਵੀ ਇਹ ਉਸੇ ਨੂੰ ਦਿੱਤੀ ਜਾਂਦੀ ਹੈ ਜਿਹਦੇ ਕੋਲ ਇਹ ਚੀਜ਼ ਹੋਵੇ। ਤਤ ਪਛਾਣੇ ਸੋ ਪੰਡਿਤ ਹੋਈ। ਜਿਹੜਾ ਤਤ ਦੀ ਜਾਣਕਾਰੀ ਰੱਖਦਾ ਉਹੀ ਪੰਡਿਤ ਹੈ। ਅਤੇ ਜਿਹਨੇ ਉਸ ਅਸਲੀਅਤ ਨੂੰ ਜਾਣ ਲਿਆ, ਆਪ ਤਰੇ ਸਗਲੇ ਕੁਲ ਤਾਰੇ, ਹਰ ਨਾਮ ਮਨ ਵਸਾਵਨਿਆ, ਉਹ ਆਪ ਵੀ ਤਰ ਜਾਂਦਾ ਅਤੇ ਹੋਰਾਂ ਨੂੰ ਵੀ ਤਾਰ ਲੈਂਦਾ ਹਿਰਦੇ ਵਿੱਚ ਹਰੀ ਦੇ ਨਾਮ ਨੂੰ ਵਸਾ ਕੇ। ਰਹਾਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਬਲਿਹਾਰੇ ਜਾਵਾਂ ਐਸੇ ਪੰਡਤਾਂ ਤੋਂ, ਐਸੇ ਵਿਦਵਾਨਾਂ ਤੋਂ, ਐਸੇ ਗਿਆਨੀਆਂ ਤੋਂ, ਐਸੇ ਰੱਬ ਦੇ ਪਿਆਰਿਆਂ ਤੋਂ। ਹਉ ਵਾਰੀ ਜੀਓ ਵਾਰੀ, ਹਰ ਰਸ ਚੱਖ ਸਾਧ ਪਾਵਣਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ 'ਚੋਂ ਰਸ ਕੱਢ ਲਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਰਸ ਲੈ ਲਿਆ। ਰਸ ਕੱਢਣਾ ਬੜਾ ਔਖਾ ਨਾ, ਲੋਕ ਰਸ ਕੱਢਦੇ ਆ। ਵੈਦ ਲੋਕ ਧਾਤਾਂ ਨੂੰ ਮਾਰ ਕੇ ਰਸ ਕੱਢਦੇ ਆ, ਜੜੀਆਂ ਬੂਟੀਆਂ ਦਾ ਰਸ ਕੱਢ ਕੇ ਦਵਾਈਆਂ ਬਣਾਉਂਦੇ ਆ। ਅਤੇ ਗੁਰੂ ਨਾਨਕ ਨੇ ਨਾਮ ਦਾ ਰਸ ਕੱਢਣ ਦੀ ਗੱਲ ਕੀਤੀ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਇਹ ਨਾਮ ਦਾ ਰਸ ਕੱਢਣ ਦੀ ਗੱਲ ਹੈ। ਨਾਮ ਦਾ ਰਸ ਹੈ ਅੰਮ੍ਰਿਤ, ਜਿਹਨੂੰ ਪਾਤਸ਼ਾਹ ਨੇ ਕਈ ਢੰਗਾਂ ਨਾਲ ਲਿਖਿਆ। ਕਿਨਕਾ ਏਕ ਜੇ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਨਾਮ ਦਾ ਰਸ ਕੱਢ ਕੇ ਪੀਤਾ। ਮੈਂ ਬਲਿਹਾਰੇ ਜਾਣਾ। ਤੀਜੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਹਉ ਵਾਰੀ ਜੀਓ ਵਾਰੀ, ਹਰ ਰਸ ਚੱਖ ਸਾਧ ਪਾਵਣਿਆ, ਜਿਹਨੇ ਹਰੀ ਦੇ ਨਾਮ ਦਾ ਰਸ ਪੀ ਕੇ ਉਹਦਾ ਸਵਾਦ ਲਿਆ। ਹਰ ਰਸ ਚੱਖੈ ਸੇ ਜਨ ਨਿਰਮਲ, ਜਿਨ੍ਹਾਂ ਨੇ ਹਰੀ ਦੇ ਨਾਮ ਦੇ ਰਸ ਨੂੰ ਪੀਣਾ ਕੀਤਾ, ਚਖਣਾ ਕੀਤਾ, ਉਹ ਮਨ ਕਰਕੇ, ਮਤ ਕਰਕੇ ਨਿਰਮਲ ਹੋ ਗਏ। ਉਹਨਾਂ ਦੀ ਮਤ ਸਾਫ਼ ਹੋ ਗਈ। ਨਿਰਮਲ ਨਾਮ ਧਿਆਵਨਿਆ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਨਿਰਮਲ ਨਾਮ ਨੂੰ ਜਪਿਆ। ਜਿਹੋ ਜਿਹਾ ਆਪਣਾ ਲਿਖਾਈ ਪੜ੍ਹਾਈ ਹੋਵੇਗੀ ਨਾ, ਜਿਹੋ ਜਿਹਾ ਸਾਡਾ ਦਿਮਾਗ ਦੇ ਵਿੱਚ ਖਿਆਲ ਹੋਣਗੇ, ਬੰਦਾ ਉਹੋ ਜਿਹਾ ਹੀ ਬਣ ਜਾਂਦਾ। ਹੁਣ ਕੌਡਾ ਰਾਖਸ਼, ਕੋਈ ਉਹਦੇ ਸਿਰ 'ਤੇ ਸਿੰਘ ਥੋੜ੍ਹਾ ਉੱਗਰੇ ਸੀਗੇ। ਕੌਡਾ ਰਾਖਸ਼ ਤਾਂ ਰਾਜੇ ਜਨਕ ਦਾ ਲਾਂਗਰੀ ਸੀਗਾ ਕਿਸੇ ਵੇਲੇ, ਔਰ ਬ੍ਰਾਹਮਣਾਂ ਦਾ ਮੁੰਡਾ ਸੀਗਾ। ਪਰ ਇਹਨੂੰ ਕੌਡਾ ਰਾਖਸ਼ ਕਿਉਂ ਕਿਹਾ ਗਿਆ? ਇਹਦੀ ਮੱਤ ਖਰਾਬ ਹੋ ਗਈ। ਰਾਜਾ ਜਨਕ ਸਾਧੂਆਂ ਦੇ ਵਾਸਤੇ ਲੰਗਰ ਪ੍ਰਸ਼ਾਦਾ ਆਦਿ ਤਿਆਰ ਕਰਾਉਂਦਾ ਸੀ ਇਹਦੇ ਕੋਲੋਂ। ਅਤੇ ਇੱਕ ਦਿਨ ਸਾਧੂਆਂ ਨੇ ਆਉਣਾ ਸੀ, ਇਹਨੇ ਲੰਗਰ ਤਿਆਰ ਕੀਤਾ। ਇਹਨੂੰ ਬੜੀ ਭੁੱਖ ਲੱਗੀ, ਭੋਜਨ ਵੀ ਸਵਾਦ ਬਣੇ। ਬਸ ਭੁੱਖ ਚਮਕੀ ਅਤੇ ਇਹਨੇ ਪਾ ਕੇ ਥਾਲ 'ਚ ਅਤੇ ਪਾਸੇ ਬਹਿ ਕੇ ਖਾ ਲਿਆ ਪਹਿਲਾਂ ਹੀ।
ਰਾਜੇ ਜਨਕ ਨੂੰ ਇਹ ਪਤਾ ਲੱਗਿਆ ਤੇ ਉਹਦੇ ਮੁਖ ਚੋਂ ਨਿਕਲਿਆ, ਜਾ ਓਏ ਰਾਖਸ਼ਾ, ਤੈਨੂੰ ਪਤਾ ਨਹੀਂ ਪਹਿਲਾਂ ਸਾਧੂਆਂ ਨੂੰ ਛਕਾਉਣਾ ਸੀ ਆਪਾਂ, ਇਹ ਝੂਠਾ ਕਰਤਾ ਤੂੰ। ਤੇ ਸਾਧ ਜੇ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਹੁਣ ਉਹ ਵੀ ਸਮਝ ਗਿਆ ਵੀ ਇਹਦੇ ਮੂੰਹ ਚੋਂ ਨਿਕਲਿਆ ਬਚਨ ਆਲਾ ਨਹੀਂ ਜਾਂਦਾ ਤੀਰ ਦੀ ਤਰ੍ਹਾਂ, ਤੇ ਮੈਨੂੰ ਹੁਣ ਰਾਖਸ਼ ਕਹਿ ਦਿੱਤਾ ਤੇ ਮੇਰੀ ਬਿਰਤੀ ਖਰਾਬ ਹੋਵੇਗੀ। ਤੇ ਰਾਖਸ਼ ਬਿਰਤੀ ਵਾਲੇ ਕੀ ਖਾਂਦੇ ਆ? ਮਾਸ ਖਾਂਦੇ ਆ, ਉਹਨੂੰ ਰਾਖਸ਼ ਬਿਰਤੀ ਵਾਲੇ ਕਹਿੰਦੇ ਆ। ਅਲਮਾ ਸਲਮਾ ਜੋ ਮਿਲ ਜੇ ਉਹ ਖਾਂਦੇ ਆ। ਤੋ ਕੌਡਾ ਕਹਿਣ ਲੱਗਿਆ, ਮਹਾਰਾਜ ਤੁਸੀਂ ਇਹ ਕੀ ਕਹਿ ਦਿੱਤਾ? ਹੁਣ ਮੈਨੂੰ ਇਹ ਵੀ ਜੀਵਨ ਭੋਗਣਾ ਪਵੇਗਾ, ਮੇਰਾ ਉਧਾਰ ਕਿਵੇਂ ਹੋਵੇਗਾ? ਉਸੇ ਰੂਪ 'ਚ ਕਹਿਣ ਲੱਗਿਆ, ਉਸੇ ਸੁਭਾਅ 'ਚ ਕਹਿੰਦਾ ਜਨ ਕਹਿੰਦਾ, ਤੇ ਹੁਣ ਤਾਂ ਤੈਨੂੰ ਰੱਬ ਹੀ ਤਾਰੂਗਾ। ਮਹਾਰਾਜ ਰੱਬ ਦੀ ਮੈਨੂੰ ਕੀ ਪਛਾਣ ਆਊਗੀ? ਤਾਂ ਰਾਜੇ ਜਨਕ ਨੇ ਕਹਿੰਦੇ ਇੱਕ ਸ਼ੀਸ਼ਾ ਦਿੱਤਾ, ਕਹਿੰਦੇ ਆ ਸ਼ੀਸ਼ਾ ਲੈ ਜਾ, ਜਿਹੜਾ ਤੈਨੂੰ ਟੱਕਰੇ ਇਹਦੇ ਵਿੱਚੋਂ ਵੇਖ ਲਿਆ ਕਰੀ। ਜਿਹੜਾ ਬਾਹਰੋਂ ਮਨੁੱਖ ਤੇ ਸ਼ੀਸ਼ੇ 'ਚੋਂ ਮਨੁੱਖ ਦਿਸੂਗਾ ਉਹ ਰੱਬ ਹੋਊਗਾ, ਬਾਕੀ ਸਾਰੇ ਜਿਹੋ ਜਿਹਾ ਸੁਭਾਅ ਹੋਵੇਗਾ ਉਹੇ ਜਿਹੇ ਹੋਣਗੇ। ਤਾਂ ਕੌਡਾ ਰਾਖਸ਼ ਸ਼ੀਸ਼ਾ ਲੈ ਗਿਆ। ਅਸਲ ਵਿੱਚ ਗੁਰੂ ਸਾਹਿਬ ਨੇ ਕਿਹਾ ਉਹ ਗਿਆਨ ਦੀ ਸ਼ੀਸ਼ਾ ਹੈ, ਗਿਆਨ ਦਾ ਸ਼ੀਸ਼ਾ ਹੈ। ਨਾ ਉਹ ਮਰੇ ਠਾਗੈ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ। ਚਲੋ ਖੈਰ, ਉੱਥੇ ਇਤਿਹਾਸ ਵਿੱਚ ਸ਼ੀਸ਼ਾ ਲਿਖਿਆ ਕਿ ਉਹ ਜੰਗਲਾਂ ਵਿੱਚ ਚਲਿਆ ਗਿਆ, ਉਹਨੂੰ ਬਹੁਤ ਮਨੁੱਖ ਮਿਲੇ। ਸ਼ੀਸ਼ੇ ਵਿੱਚੋਂ ਵੇਖਦਾ, ਕੋਈ ਬਘਿਆੜ ਦਿਸਦਾ, ਕੋਈ ਸੂਰ ਦਿਸਦਾ। ਜੇ ਕ੍ਰੋਧੀ ਹੈ ਬਘਿਆੜ ਦਿਸਦਾ, ਜੇ ਮੋਹ ਮਮਤਾ 'ਚ ਫਸਿਆ ਸੂਰ ਦਿਸਦਾ, ਜੇ ਹੰਕਾਰੀ ਹੈ ਸੱਪ ਸਪੋਲੀਏ ਦਿਸਦਾ। ਤੋ ਜਿਹੜਾ ਬੰਦਾ ਉਹਨੂੰ ਇਹੋ ਜਿਹਾ ਦਿਸਦਾ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਤਲਕੇ। ਕਹੋ ਸਤਨਾਮ ਸ੍ਰੀ। ਅਖੀਰ ਬਾਬਾ ਨਾਨਕ ਜੀ ਉਹਦੇ ਕੋਲ ਆ ਗਏ ਤੇ ਉਸਨੇ ਜਦੋਂ ਸ਼ੀਸ਼ੇ ਵਿੱਚੋਂ ਵੇਖਿਆ ਤੇ ਉਹ ਇੱਕ ਬਾਹਰੋਂ ਅੰਦਰੋਂ ਇੱਕੋ ਜਿਹੇ ਦਿਸੇ ਤਾਂ ਉਹਨਾਂ ਦੇ ਪੈਰੀਂ ਪੈ ਗਿਆ। ਇਹ ਤੱਤ ਦੀ ਪਛਾਣ, ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਗਿਆ, ਉਹ ਨਿਰਮਲ ਹੋ ਗਿਆ। ਹਰ ਰਸ ਚਾਖੇ ਸੇਜਾ ਨਿਰਮਲ, ਨਿਰਮਲ ਨਾਮ ਧਿਆਵਣਿਆ। ਜਿਨ੍ਹਾਂ ਨੇ ਨਿਰਮਲ ਨਾਮ ਨੂੰ ਜਪਿਆ ਉਹ ਵੀ ਨਿਰਮਲ ਹੋ ਗਏ। ਹਰੀ ਦੇ ਰਸ ਨੂੰ ਪੀਂਦੇ ਪੀਂਦੇ ਹਰੀ ਦੇ ਵਿੱਚ ਮਿਲ ਗਏ। ਰਹਾਓ, ਅੱਜ ਦਾ ਪਦਾ ਆਪਾਂ ਅਗਲਾ ਸਰਵਣ ਕੀਤਾ। ਕਹਿੰਦੇ ਉਹ ਨਿਹਕਰਮੀ ਹੋ ਗਏ। ਕਰਮ ਕਰਤੇ ਵੀ ਇਹ ਨਹੀਂ ਕਹਿੰਦੇ ਮੈਂ ਕਰਦਾ, ਕਰਮ ਕਰਕੇ ਵੀ ਕਹਿੰਦੇ ਉਹ ਨਿਹਕਰਮੀ ਰਹਿੰਦੇ ਨੇ। ਉਹਨਾਂ ਨੂੰ ਕੀਤੇ ਕਰਮ ਦਾ ਫਲ ਨਹੀਂ ਭੋਗਣਾ ਪੈਂਦਾ, ਕਿਉਂਕਿ ਚੰਗੇ ਦਾ ਫਲ ਪੁੰਨ ਹੈ ਤੇ ਮਾੜੇ ਦਾ ਫਲ ਪਾਪ ਹੈ। ਕਹੋ ਸਤਨਾਮ ਸ੍ਰੀ। ਪੁੰਨ ਦਾ ਫਲ ਸੁੱਖ ਹੈ ਤੇ ਪਾਪ ਦਾ ਫਲ ਦੁੱਖ ਹੈ, ਤੇ ਦੋਨਾਂ ਨੂੰ ਭੋਗਣ ਵਾਸਤੇ ਕੋਈ ਜੂਨ ਚੱਕਣੀ ਪੈਣੀ ਆ। ਭੋਗਿਆ ਸਰੀਰਾਂ ਵਿੱਚ ਆ ਕੇ ਜਾਊਗਾ, ਕੱਲੀ ਆਤਮਾ ਨਹੀਂ ਭੋਗ ਸਕਦੀ। ਜੇ ਮਨੁੱਖ ਇਹ ਕਹਿੰਦਾ ਕਿ ਮੈਂ ਇੰਨਾ ਦਾਨ ਪੁੰਨ ਕਰਦਾ, ਪਰਮੇਸ਼ਰ ਕਹਿੰਦੇ ਠੀਕ ਹੈ, ਤੈਨੂੰ ਮੈਂ ਜਨਮ ਦੇਵਾਂਗਾ, ਉੱਥੇ ਇਹਦਾ ਫਲ ਲੈ ਲਈ। ਕਿਉਂਕਿ ਪਰਮੇਸ਼ਰ ਦਾ ਸੁਭਾਅ ਹੈ ਕਿਸੇ ਦੇ ਕੀਤੇ ਹੋਏ ਕਰਮ ਦਾ ਫਲ ਇੱਕ ਤਿਲ ਜਿੰਨਾ ਵੀ ਨਹੀਂ ਰੱਖਦਾ। ਇੱਕ ਤਿਲ ਨਹੀਂ ਭੰਨਾ ਘਾਲੇ, ਕਿਸੇ ਦੀ ਕੀਤੀ ਹੋਈ ਘਾਲਣਾ ਦਾ ਇੱਕ ਤਿਲ ਜਿੰਨਾ ਵੀ ਹਿਸਾਬ ਕਿਤਾਬ ਉਹ ਰੱਖਦਾ ਨਹੀਂ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਐਸਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਰਹਾਓ ਤੋਂ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ, ਸੋ ਨਿਹਕਰਮੀ ਜੋ ਸ਼ਬਦ ਵਿਚਾਰੇ। ਹੁਣ ਉਸ ਨੂੰ ਜਿਹਨੂੰ ਸੋਝੀ ਆ ਗਈ, ਸ਼ਬਦ ਦੇ ਵਿੱਚੋਂ ਗਿਆਨ ਹੋ ਗਿਆ, ਉਹ ਕਰਮ ਕਰਕੇ ਹੰਕਾਰ ਨਹੀਂ ਕਰਦਾ। ਕਿਉਂਕਿ ਜਿਹਨੇ ਹੰਕਾਰ ਕਰ ਲਿਆ ਉਹਦੇ ਕੀਤੇ ਕਰਮ ਦਾ ਫਲ ਖਤਮ ਹੋ ਗਿਆ। ਉਹਨੂੰ ਇੱਥੇ ਵਾਹਵਾ ਮਿਲ ਜੂਗੀ, ਪੁੰਨ ਕਰ ਲਿਆ, ਲੰਗਰ ਲਾਤਾ ਬਹੁਤ ਵੱਡਾ, ਪਰ ਉਹਦੀਆਂ ਅਨਾਊਂਸਮੈਂਟਾਂ ਕਰਤੀਆਂ, ਉਹਦਾ ਰੌਲਾ ਪਾਤਾ ਤੇ ਲੋਕਾਂ ਨੇ ਵਾਹ ਵਾਹ ਕਰਤੀ, ਬਈ ਬੱਲੇ ਬੱਲੇ ਬੱਲੇ, ਵਾਹ ਬਈ ਵਾਹ, ਬਹੁਤ ਚੰਗਾ ਬੰਦਾ ਵੀ, ਬੜਾ ਪੁੰਨਦਾਨ ਕਰਦਾ, ਬੜੇ ਲੰਗਰ ਲਾਉਂਦਾ। ਉਹ ਵਾਹ ਵਾਹ ਮਿਲ ਗਈ ਨਾ ਇੱਥੇ, ਉਹਦਾ ਫਲ ਇੱਥੇ ਖਤਮ, ਗਾਹਾਂ ਨਹੀਂ ਜਾਂਦਾ। ਉਹ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਉਦੋਂ ਗਾਹ ਨਹੀਂ ਜਾਂਦੇ, ਉਦੋਂ ਗਾਹ ਕੇਵਲ ਨਾਮ ਜਾਂਦਾ ਹੈ। ਤੇ ਜਿਹੜਾ ਮਨੁੱਖ ਨਾਮ ਜਪਦਾ, ਨਾਮ ਦੀ ਐਸੀ ਬਿਰਤੀ ਹੈ, ਸੁਭਾਅ ਹੈ ਕਿ ਨਾਮ ਉਹਦੇ ਹੰਕਾਰ ਨੂੰ ਖਤਮ ਕਰਦਾ, ਫਿਰ ਉਹ ਕਰਮ ਕਰਦਾ ਹੋਇਆ ਵੀ ਨਿਹਕਰਮ ਹੋ ਜਾਂਦਾ। ਜਿਵੇਂ ਇੱਕ ਹਾਤਮਤਾਈ ਨਾਮ ਦਾ ਮਨੁੱਖ ਹੋਇਆ, ਉਹਨੇ ਵੀ ਲੋਕਾਂ ਨੂੰ ਇਹੀ ਸਲਾਹ ਦਿੱਤੀ ਕਿ ਨੇਕੀ ਕਰ ਦਰਿਆ ਮੇ ਡਾਲ, ਚੰਗੇ ਕੰਮ ਕਰਕੇ ਦਰਿਆ ਵਿੱਚ ਪਾ ਦੇ, ਭਾਵ ਭੁੱਲ ਜਾ।
ਇਸੇ ਕਰਕੇ ਸਤਿਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਗਿਆਨ ਪ੍ਰਾਪਤ ਕਰਦੇ ਆ, ਤੁਸੀਂ ਵੇਦਾਂ ਦੇ ਵਿਦਾਤੇ ਤਾਂ ਬਣ ਗਏ, ਵੇਦਾਂ ਦੇ ਬਖਤੇ ਤਾਂ ਬਣ ਗਏ, ਪਰ ਤੁਸੀਂ ਹੰਕਾਰ ਕਰ ਬੈਠੇ, ਇਸ ਕਰਕੇ ਤੁਹਾਡਾ ਕੀਤਾ ਹੋਇਆ ਨਿਫਲ ਜਾ ਰਿਹਾ। ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ। ਤੇ ਜਦੋਂ ਕਹਿੰਦੇ ਸ਼ਬਦ ਦਾ ਗਿਆਨ ਹੋ ਗਿਆ ਤੇ ਫਿਰ ਸ਼ਬਦ ਕੀ ਕਹਿੰਦਾ ਹੈ? ਸਤਿਗੁਰ ਪਾਤਸ਼ਾਹ ਵੀ ਇਹ ਕਹਿੰਦੇ ਆ ਕਿ ਸਿੱਖਾ ਹੰਕਾਰ ਨਹੀਂ ਕਰਨਾ। ਹਉਮੈ ਦੀਰਘ ਰੋਗ ਹੈ, ਇਹ ਵੱਡੀ ਬਿਮਾਰੀ ਹੈ, ਬਲਕਿ ਬਿਮਾਰੀਆਂ ਦੀ ਜੜ ਹੈ। ਇਹਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦਾ ਪੌਦਾ ਪੈਦਾ ਹੋ ਜੇ। ਜਿਵੇਂ ਥੱਲੇ ਇੱਕ ਮੁੱਢ ਹੁੰਦਾ ਹੈ, ਮੁੱਢ ਥੱਲੇ ਇੱਕ ਬੀਜ ਬੀਜਿਆ ਸੀਗਾ, ਉਹ ਬੀਜ ਨੇ ਮੁੱਢ ਪੈਦਾ ਕੀਤਾ, ਮੁੱਢ ਦੇ ਅੱਗੇ ਟਾਹਣੀਆਂ, ਪੱਤੇ, ਫਲ ਫਰੂਟ, ਪਤਾ ਨਹੀਂ ਕਿੰਨਾ ਕੁਝ ਲੱਗਿਆ, ਉਹ ਸਾਰਾ ਉਹ ਬੀਜ ਦਾ ਫਲ ਹੈ। ਇਸੇ ਤਰ੍ਹਾਂ ਹੀ ਮਨੁੱਖ ਜੋ ਬੀਜਦਾ ਹੈ ਹੰਕਾਰ ਕਰਕੇ, ਉਹ ਇਸ ਨੂੰ ਫਿਰ ਵੱਢਣਾ ਪੈਂਦਾ, ਭੋਗਣਾ ਪੈਂਦਾ। ਹਉਮੈ ਕਰੈ ਨਿਹਕਰਮੀ ਨਾ ਹੋਵੇ। ਤੇ ਜਿਹੜਾ ਹੰਕਾਰ ਕਰਦਾ ਹੈ ਉਹਨੂੰ ਨਿਸ਼ਕਾਮੀ ਭਗਤ ਨਹੀਂ ਕਹਿ ਸਕਦੇ, ਨਿਹਕਾਮੀ ਨਹੀਂ ਕਹਿ ਸਕਦੇ। ਸਤਿਗੁਰ ਪਾਤਸ਼ਾਹ ਕਹਿੰਦੇ ਸੋ ਨਿਹਕਰਮੀ ਜੋ ਸ਼ਬਦ ਵਿਚਾਰੈ, ਜੋ ਸ਼ਬਦ ਦੇ ਗਿਆਨ ਨੂੰ ਪ੍ਰਾਪਤ ਕਰੇ। ਮੂੰਹ ਜਵਾਨੀ ਵੇਦਾਂ ਦਾ ਜਾਂ ਗੁਰਬਾਣੀ ਦਾ ਯਾਦ ਹੋ ਜਾਣਾ ਠੀਕ ਆ, ਪਰ ਜੇ ਇਹਦੇ ਵਿੱਚ ਜੋ ਕਿਹਾ ਉਹਨੂੰ ਧਾਰਨ ਨਹੀਂ ਕੀਤਾ ਜ਼ਿੰਦਗੀ ਵਿੱਚ, ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ। ਪ੍ਰੀਤਮ ਜੀ ਕਹਿੰਦੇ ਸੱਚੋਂ ਉਰੇ ਸਭ ਕੋ, ਸਾਰੀ ਦੁਨੀਆ ਸੱਚ ਤੋਂ, ਪਰਮੇਸ਼ਰ ਤੋਂ ਥੱਲੇ ਹੈ ਤੇ ਸੱਚ ਤੋਂ ਉੱਪਰ ਹੈ ਕੋਈ? ਕਹਿੰਦੇ ਸੱਚੋਂ ਉਰੇ ਸਭ ਕੋ, ਉੱਪਰ ਸੱਚ ਅਚਾਰ। ਪਰਮੇਸ਼ਰ ਨੇ ਵੀ ਉਹਨਾਂ ਨੂੰ ਪਿਆਰ ਕੀਤਾ ਜਿਨ੍ਹਾਂ ਨੇ ਸੱਚ ਨੂੰ ਚਾਲ ਚੱਲਣ ਵਿੱਚ ਧਾਰ ਲਿਆ। ਆਚਾਰ ਹੁੰਦਾ ਜੀਵਨ, ਚਾਲ ਚੱਲਣ। ਜਿਨ੍ਹਾਂ ਦੇ ਜੀਵਨ ਵਿੱਚ ਸੱਚ ਵਰਤ ਗਿਆ ਨਾ, ਅਸਲ ਵਿੱਚ ਉਹ ਹੀ ਉੱਥੇ ਪ੍ਰਵਾਨ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਜਿਹੜਾ ਗੁਰੂ ਦੇ ਗੱਲ ਦੀ ਵਿਚਾਰ ਕਰੇ, ਅੰਤਰ ਤਤ ਗਿਆਨ ਤੇ ਉਸ ਦੇ ਆਤਮਿਕ ਤੱਤ ਨੂੰ, ਉਸ ਦੇ ਗਿਆਨ ਨੂੰ ਆਪਣੇ ਗ੍ਰਹਿਣ ਕਰੇ, ਹਉਮੈ ਮਾਰੇ ਤੇ ਹੰਕਾਰ ਛੱਡੇ। ਜਦੋਂ ਹੰਕਾਰ ਛੁੱਟ ਗਿਆ ਕਾਮ ਵਾਸ਼ਨਾ ਵੀ ਖਤਮ ਹੋ ਜਾਣਗੀਆਂ। ਜਦੋਂ ਹੰਕਾਰ ਛੁੱਟ ਗਿਆ ਕ੍ਰੋਧ ਵੀ ਖਤਮ ਹੋ ਜੂ। ਜਦੋਂ ਹੰਕਾਰ ਛੁੱਟ ਗਿਆ ਫਿਰ ਬੱਚਿਆਂ ਦਾ ਮੋਹ ਵੀ ਖਤਮ ਹੋ ਜੂ, ਸ੍ਰਿਸ਼ਟੀ ਦਾ ਮੋਹ ਵੀ ਖਤਮ ਹੋ ਜੂ। ਜਦੋਂ ਹੰਕਾਰ ਛੁੱਟ ਗਿਆ ਲੋਭ ਵੀ ਖਤਮ ਹੋ ਜੂ, ਕਿਉਂਕਿ ਇਹ ਜਰਨੈਲ ਹੈ ਤੇ ਇਹ ਚਾਰ ਤਰ੍ਹਾਂ ਦੀ ਫੌਜ ਹੈ ਹੰਕਾਰ ਦੀ। ਕਾਮ, ਕ੍ਰੋਧ, ਲੋਭ ਤੇ ਮੋਹ, ਇਹ ਚਾਰ ਤਰ੍ਹਾਂ ਦੀ ਫੌਜ ਹੈ ਹੰਕਾਰ ਦੀ। ਇਹ ਹੰਕਾਰ ਜਰਨੈਲ ਹੈ। ਜਦ ਜਰਨੈਲ ਮਾਰਿਆ ਗਿਆ ਤੇ ਫੌਜ ਆਟੋਮੈਟਿਕ ਹੀ ਭੱਜ ਗਈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਦਾਤ, ਨਾਮ ਦੀ ਦਾਤ ਹੈ ਜਿਹੜੀ, ਉਹ ਰੱਖ ਲਈ ਹੈ, ਪ੍ਰਾਪਤ ਕਰ ਲਈ ਆ। ਤੇ ਉਹਨਾਂ ਨੇ ਆਪਣੇ ਅੰਦਰੋਂ ਤਿੰਨਾਂ ਗੁਣਾਂ ਨੂੰ ਮਾਰ ਲਿਆ, ਰਜੋ ਤਮੋ ਸਤੋ। ਰਜੋ ਗੁਣ, ਮੈਂ ਰਾਜਾ, ਮੈਂ ਮੰਤਰੀ, ਇਹ ਹੰਕਾਰ ਦਾ ਗੁਣ ਹੈ। ਤਮੋ ਜਿਹੜਾ ਹੈ ਇਹ ਤਾਂ ਬਹੁਤ ਹੀ ਭਿਆਨਕ ਹੈ, ਕ੍ਰੋਧ ਹੈ ਤਮੋ ਗੁਣ ਦੇ ਵਿੱਚ। ਬਾਕੀ ਤਿੰਨੇ ਚਾਰੇ ਹੀ ਹਨ। ਕਾਮ ਵਾਸ਼ਨਾ ਹੈ, ਤਮੋ ਗੁਣ ਜਦੋਂ ਕਿਸੇ ਅੰਦਰ ਵੱਧ ਜਾਵੇ ਤੇ ਫਿਰ ਇਹਨਾਂ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਕਾਮ, ਕ੍ਰੋਧ ਤੇ ਮੋਹ ਦੇ ਵਿੱਚ ਤਮੋ ਗੁਣ, ਲੋਭ, ਇਹਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਪਦਾਰਥ ਨੌ ਨਿਧ ਪਾਏ, ਵਿਦਵਾਨੋ ਪੰਡਤੋ। ਜਦੋਂ ਕਿਸੇ ਨੂੰ ਨਾਮ ਰੂਪੀ ਪਦਾਰਥ ਮਿਲ ਗਿਆ, ਉਹਦੇ ਕੋਲ 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹੈ। ਤ੍ਰੈ ਗੁਣ ਮੇਟ ਸਮਾਵਣਿਆ, ਫਿਰ ਤਿੰਨਾਂ ਗੁਣਾਂ ਤੋਂ ਉੱਚਾ ਉੱਠ ਜਾਂਦਾ ਹੈ। 4 ਗੁਣ ਹਨ, ਸ੍ਰਿਸ਼ਟੀ ਸਾਰੀ 3 ਗੁਣਾਂ 'ਚ ਹੈ, ਭਗਤ ਚੌਥੇ ਗੁਣ 'ਚ ਹੈ। ਰਜ ਤਮ ਸਤ ਕਲ ਤੇਰੀ ਛਾਇਆ, ਰਜੋ ਤਮੋ ਸਤੋ ਤੇ ਕਲ। ਇਹ ਕਲ ਚੌਥਾ ਗੁਣ ਹੈ, ਜਿਸ ਨੂੰ ਆਨੰਦ ਸਾਹਿਬ ਜੀ ਦੀ ਪੌੜੀ ਵਿੱਚ ਲਿਖਿਆ ਹੈ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਲਾ ਜਿਤ ਕਰ ਧਾਰੀਆ। ਇਹ ਚੌਥਾ ਗੁਣ ਹੈ। ਭਗਤਾਂ ਕੋਲੇ, ਗੁਰਮੁਖਾਂ ਕੋਲੇ ਇਸ ਗੁਣ ਦੀ ਬਹੁਤਾਤ ਹੁੰਦੀ ਹੈ। ਸ੍ਰਿਸ਼ਟੀ ਕੋਲੇ ਰਜੋ ਤਮੋ ਸਤੋ ਦੀ ਬਹੁਤਾਤ ਹੁੰਦੀ ਹੈ। ਤੇ ਜਿਹਦੇ ਵਿੱਚ ਜਿਹੜਾ ਗੁਣ ਪ੍ਰਵਿਰਤ ਹੈ, ਜਿਹਦੇ ਵਿੱਚ ਜਿਹੜਾ ਗੁਣ ਹੈ, ਉਹ ਉਹੋ ਜਿਹਾ ਬਣ ਜਾਂਦਾ।
रज तम सत कल तेरी छाया, चौथे गुण परम पद पाया। चौथे गुण के नाल परमेश्वर की प्राप्ति हो जाती है। परम पदवी हुंदी है सब तो वड्डा जीवन, उच्चा जीवन वो है परमेश्वर विच मिलाप हो जाना। तो प्रीतम जी कहते इस तरह नाम पदार्थ नौनिध पाए, त्रै गुण मेट समावनिया, हम करे निहकर्मी ना होवे। जिहड़ा कर्म करके कहता मैं कीता है वो निष्काम भावना वाला नहीं हो सकता। गुरु नानक के घर में निष्काम भावना की सिक्ख्या दी जाती है। चाहे इत्थे तुसीं कुछ भी करते हो पर यह नहीं कहना कि मैं करदा, बस ये मैं शब्द माड़ा है। कबीर साहब जी कहते बस मैं तो बचो, तू करते तू भया, तू करदियां करदियां असीं ओह च मिल के उहदा रूप हो जाएंगे। तू करते तू भया, मुझ में रहा न हूँ, जब आपा परका मिट गया, जब देखो तो तू। जदों साडे विचों अपना ते बेगानापन सारा खत्म हो गया, फिर असीं जो वेखांगे उत्थे वो दिखाई देवेगा। आ बकरा जिहड़ा ना ये भी मैं करदा सी बड़ी, ते जिस वेले कसाई ने इस नूं मार के इहदे चमड़ा ला के ते ढोल ते मढ़िया ना, फिर तू करन लग्या को सतनाम श्री। ये मनुख नूं ज्ञान की गल समझाई है कि तुम्हें मैं जिन्ना चिर करेगा दुखी होवेगा। बस तू दे विच ही फायदा है। सतगुरु पातशाह जी कहते हौं मैं करे निहकर्मी ना होवे। जदों ये मैं करदा है, मेरी करदा है, उन्ना चिर निष्काम भावना विच नहीं जा सकता। तो फिर निष्काम भावना किवें प्राप्त होवेगी? गुर प्रसादी हौमै खोवै, गुरु की कृपा लैके हंकार नूं खत्म करे, हौमे तो बचे। अंतर विवेक सदा आप विचारे, विवेक हुंदा ज्ञान। अंतर बिब एक, इहदा अर्थ करांगे बिब एक, अंदर परमेश्वर दा बिंब बनन लग्या, भाव अंदर परमेश्वर दिखाई देन लग्या। जदों उस परमेश्वर का ज्ञान अंदर वरतन लगे तो उस ज्ञान के नाल अपने आपे की पड़चोल करता रहे। मैं किसी को दुख तो नहीं दिता, किते मैं गुरमत दे उल्ट तो नहीं जा रहा, मैं गुरु तो उल्ट तो नहीं जा रहा। अंतर विवेक सदा आप विचारे, गुर शब्दी गुण गावणिया। गुरु के शब्द नूं लैके परमेश्वर के गुण गावे तो इन्हां शब्दों के ज्ञान नूं लैके अपने आपे की पड़चोल करता रहे, अपने आपे ते निगाह रखे, अपने आपे की खोज करे। बंदे खोज दिल हर रोज ना फिर परेशानी माहे, ये जो दुनिया सेहर मेला दस्तगिरी नाहे। ये दुनिया सिर्फ एक मेला है, किसी के हथ च फड़िया होया नहीं। तो अपने आपे की खोज कर, ये दुनिया रुकती नहीं, ये तो चलती रहिंदी है। अंतर विवेक सदा आप विचारे, गुर शब्दी गुण गावणिया। गुरु के शब्द नाल जुड़ के उहदे गुणां नूं गावे। हर सर सागर निर्मल सोई, हरि एक सागर की न्याई है। हरि परमेश्वर गुरु परमात्मा इस सागर की न्याई है, मानसरोवर है। गुर सागर रत्नी भरपूरे, और गुरु परमेश्वर जिहड़ा है गुणा दे मोतियां दा रत्नां दा भरिया पिया खजाना है, सागर है। गुर सागर रत्नी भरपूरे, अमृत संत चौगैनी दूरे। परमेश्वर दे प्यारे गुरु सागर दे चरनां च बैठदे हन, किनारे ते बैठदे आ, इहदे विचों नाम दे मोती चुकदे आ। गुर सागर रत्नी भरपूरे, अमृत संत चौगैनी दूरे। वो कदे भी गुरु तो दूर नहीं जाते, गुरमत अनुसार चलते हैं। हरसर सागर निर्मल सोई, हरि का नाम एक पवित्र सागर है जिन्हों मानसरोवर कहते हैं। वह गुरु का बाणी है असल दे विच। जदों जीव इहदे नाल जुड़दा फिर इहदे विचों मोतियां की खुराक लैंदा है। मत विच रतन जवाहर मानक जे गुर की सिख सुनी। गुरां एक दे बुझाई, सबना जियां का एक दाता, सो मैं बिसर न जाई। तो मेरे प्रीतम जी कहते अंतर विवेक सदा आप विचारे, गुर शब्दी गुण गावणिया। हर सर सागर निर्मल सोई, संत चुगा नित गुरमुख होई।
ਤੇ ਜਿਹੜੇ ਨਾਮ ਦੇ ਮੋਤੀ ਖਾਂਦੇ ਹਨ, ਛੁਕਦੇ ਹਨ, ਉਹ ਗੁਰਮੁਖ ਬਣ ਜਾਂਦੇ ਆ, ਗੁਰੂ ਵਾਲੇ ਬਣ ਜਾਂਦੇ ਆ, ਪਰਮੇਸ਼ਰ ਵਿੱਚ ਮਿਲ ਜਾਂਦੇ ਆ। ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ। ਤੇ ਉਹ ਨਾਮ ਰੂਪੀ ਸਾਗਰ ਦੇ ਵਿੱਚ ਦਿਨ ਰਾਤ ਇਸ਼ਨਾਨ ਕਰਦੇ ਹਨ, ਚੁੱਭੀਆਂ ਲਾਉਂਦੇ ਹਨ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਇਸ ਨਾਮ ਰੂਪੀ ਸਾਗਰ ਵਿੱਚ ਡੁੱਬਦੇ ਹਨ ਤੇ ਫਿਰ ਸਾਰ ਭਾਵ ਗਿਆਨ ਪ੍ਰਾਪਤ ਕਰਦੇ ਆ, ਤਤ ਪ੍ਰਾਪਤ ਕਰਦੇ ਆ। ਸੰਤ ਚੁਗਾ ਨਿਤ ਗੁਰਮੁਖ ਹੋਈ, ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ। ਤੇ ਨਾਮ ਦੇ ਸਾਗਰ ਵਿੱਚ ਡੁੱਬ ਕੇ ਭਾਵ ਸੁਰਤ ਤੇ ਸ਼ਾਬਰ ਦਾ ਮਿਲਾਪ ਕਰਕੇ ਆਪਣੇ ਅੰਦਰੋਂ ਇਹ ਵਿਕਾਰਾਂ ਦੀ ਮੈਲ ਹੈ, ਜਿਹੜੀ ਹਉਮੈ ਦੀ ਮੈਲ ਹੈ, ਉਹਨੂੰ ਦੂਰ ਕਰਦੇ ਨੇ। ਨਿਰਮਲ ਹੰਸਾ ਪ੍ਰੇਮ ਪਿਆਰ, ਤੇ ਉਹ ਨਿਰਮਲ ਹੋ ਕੇ ਹੰਸ ਬਣ ਜਾਂਦੇ ਆ। ਇੱਕ ਬਗਲਾ ਤੇ ਇੱਕ ਹੰਸ, ਦੋਨਾਂ ਦਾ ਰੰਗ ਤਾਂ ਚਿੱਟਾ ਹੈ, ਪਰ ਦੋਨਾਂ ਦੇ ਸੁਭਾਅ 'ਚ ਬੜਾ ਫਰਕ ਹੈ। ਬਸ ਇਹੋ ਹੀ ਫਰਕ ਗੁਰਮੁਖ ਤੇ ਮਨਮੁਖ ਦੇ ਵਿੱਚ ਹੈ। ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ, ਬਾਬਾ ਜੀ ਗੁਰਮੁਖਾਂ ਦੀ ਕੀ ਨਿਸ਼ਾਨੀ ਆ? ਕਹਿੰਦੇ ਵੀ ਐਂ ਕਰ, ਇਸ ਪਾਸੇ ਚਲਿਆ ਜਾ, ਇੱਕ ਦਰਖਤ ਹੈ, ਉਹਦੇ ਥੱਲੇ ਬੈਠ ਜਾਈ, ਜਾ ਕੇ ਤੈਨੂੰ ਉੱਥੋਂ ਇਹਦਾ ਜਵਾਬ ਮਿਲੇਗਾ। ਕਹਿੰਦੇ ਉੱਥੇ ਜਾ ਕੇ ਬੈਠ ਗਿਆ, ਕਾਫੀ ਸਮਾਂ ਉਡੀਕਦਾ ਰਿਹਾ, ਨਿਗਾਹ ਮਾਰੀ ਇੱਧਰ ਉੱਧਰ, ਕੁਛ ਨਾ ਦਿਸਿਆ। ਦਰਖਤ ਉੱਤੇ ਦੋ ਕਾਂ ਤੇ ਕੌਣੀ ਦਾ ਜੋੜਾ ਬੈਠਾ ਸੀ। ਮੁੜਿਆ ਆ, ਉੱਥੋਂ ਕੋਈ ਜਵਾਬ ਨਾ ਮਿਲਿਆ ਇਹਨੂੰ। ਕਹਿੰਦਾ ਜੀ ਮੈਂ ਤਾਂ ਸਾਰਾ ਦਿਨ ਲਾ ਕੇ ਆ ਗਿਆ, ਕੋਈ ਜਵਾਬ ਨਹੀਂ ਮਿਲਿਆ। ਕਹਿੰਦੇ ਕੱਲ੍ਹ ਨੂੰ ਫਿਰ ਜਾਈ, ਉੱਥੇ ਤੈਨੂੰ ਪਤਾ ਲੱਗ ਜਾਊਗਾ। ਦੂਜੇ ਦਿਨ ਗਿਆ, ਉਸਨੇ ਸ਼ਾਮ ਤੱਕ ਉਡੀਕਿਆ, ਕੋਈ ਜਵਾਬ ਨਾ ਮਿਲਿਆ। ਆਸਾ ਪਾਸਾ ਦੇਖਦਾ, ਦਰਖਤ ਕੰਨੀ ਵੇਖਦਾ, ਅੱਜ ਕਾਂ ਨਹੀਂ, ਅੱਜ ਬਗਲੇ ਬੈਠੇ ਆ ਉੱਥੇ। ਕੱਲ੍ਹ ਕਾਲੇ ਰੰਗ ਦੇ ਕਾਂ ਬੈਠੇ ਸੀ, ਅੱਜ ਚਿੱਟੇ ਰੰਗ ਦੇ ਜਾਨਵਰ ਬਗਲੇ ਜਿਹਨੂੰ ਕਹਿੰਦੇ ਆ, ਉਹ ਬੈਠੇ ਸੀ। ਕਹਿੰਦੇ ਯਾਰ ਬੰਦਾ ਤਾਂ ਕੋਈ ਦਿਸਦਾ ਨਹੀਂ, ਪਰ ਇਹ ਪੰਛੀ ਕੱਲ੍ਹ ਕਾਲੇ ਸੀ, ਇਹ ਚਿੱਟੇ ਬੈਠੇ ਅੱਜ, ਚਲੋ ਹੋਣੇ ਆ ਕੋਈ। ਮੁੜਿਆ ਆ, ਕਹਿੰਦਾ ਜੀ ਅੱਜ ਵੀ ਕੋਈ ਜਵਾਬ ਨਹੀਂ ਮਿਲਿਆ। ਕਹਿੰਦੇ ਕੱਲ੍ਹ ਨੂੰ ਫਿਰ ਜਾਈ। ਦੂਜੇ ਦਿਨ ਉਹ ਫਿਰ ਗਿਆ, ਆਸੇ ਪਾਸੇ ਦੇਖਿਆ, ਕੋਈ ਨਾ ਆਇਆ। ਸ਼ਾਮਾਂ ਤੱਕ ਉੱਪਰ ਵੇਖਦਾ, ਅੱਜ ਬਦਲੇ ਤਾਂ ਨਹੀਂ ਹੈ, ਪਰ ਚਿੱਟੇ ਰੰਗ ਦੇ ਹੰਸ ਬੈਠੇ ਨੇ। ਕਹਿੰਦਾ ਵੀ ਯਾਰ ਇਹ ਜਾਨਵਰ ਬੈਠੇ ਆ, ਬੰਦਾ ਤਾਂ ਕੋਈ ਆਇਆ ਨਹੀਂ ਗਾ। ਜਦੋਂ ਵਾਪਸ ਆਇਆ ਤੇ ਮਹਾਂਪੁਰਸ਼ਾਂ ਨੂੰ ਕਹਿੰਦਾ ਜੀ ਮੈਨੂੰ ਤਾਂ ਕੋਈ ਨਹੀਂ ਟੱਕਰਿਆ, 3 ਦਿਨ ਹੋਏ। ਕਹਿੰਦੇ ਇੱਕ ਦਿਨ ਹੋਰ ਵਗ ਜਾ ਮੇਰੇ ਕਹੇ ਤੇ, ਕੱਲ੍ਹ ਨੂੰ ਤੈਨੂੰ ਇਹਦਾ ਭੇਤ ਮਿਲ ਜੂਗਾ। ਜੋ ਚੌਥੇ ਦਿਨ ਫੇਰ ਉਹ ਗਿਆ, ਤੇ ਜਦੋਂ ਗਿਆ ਤੇ ਉਹ ਜਿਹੜੇ ਜਾਨਵਰ ਉੱਤੇ ਬੈਠੇ ਸੀ ਉਹ ਮਰ ਗਏ, ਤੇ ਮਰ ਕੇ ਦੇ ਪੈਰਾਂ 'ਚ ਡਿੱਗ ਪਏ। ਸਰੀਰ ਉੱਥੇ ਪਏ ਨੇ, ਉਹਨਾਂ ਦੀਆਂ ਰੂਹਾਂ ਸਾਹਮਣੇ ਖੜੀਆਂ ਹੋ ਗਈਆਂ। ਕਹਿੰਦੇ ਭਾਈ ਸਾਹਿਬ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਕਹਿੰਦੇ ਮੈਂ ਤਾਂ ਯਾਰ ਇਹੀ ਜਾਣਨ ਆਇਆ ਸੀਗਾ ਵੀ ਗੁਰਮੁਖਾਂ ਦੀ ਕੀ ਨਿਸ਼ਾਨੀ ਹੁੰਦੀ ਹੈ, ਤੇ ਮਹਾਂਪੁਰਸ਼ਾਂ ਨੇ ਮੈਨੂੰ ਦਰਖਤ ਹੇਠਾਂ ਭੇਜਤਾ। ਕਹਿੰਦੇ ਉੱਥੋਂ ਪਤਾ ਲੱਗੂ ਤੈਨੂੰ, ਤੇ ਮੈਨੂੰ ਕੋਈ ਦੱਸਣ ਵਾਲਾ ਮਿਲਿਆ ਨਹੀਂ। ਕਹਿੰਦੇ ਅਸੀਂ ਦੱਸਦੇ ਹਾਂ। ਕਹਿੰਦੇ ਤੂੰ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਆਇਆ, ਅਸੀਂ ਤੇਰੇ ਦਰਸ਼ਨ ਕੀਤੇ, ਅਸੀਂ ਕਾਂ ਦੀ ਜੂਨ ਵਿੱਚ ਸੀਗੇ, ਤੇ ਸਾਡੀ ਕਾਂ ਦੀ ਜੂਨ ਬਦਲ ਗਈ, ਤੇ ਫਿਰ ਸਾਡਾ ਜਿਹੜਾ ਸਰੀਰ ਕਰਕੇ ਅਸੀਂ ਕਾਲੇ ਸੀ ਉਹ ਚਿੱਟੇ ਹੋ ਗਏ। ਬਗਲਿਆਂ ਦੀ ਜੂਨ ਮਿਲ ਗਈ, ਪਰ ਫਿਰ ਵੀ ਸੁਭਾਅ ਸਾਡਾ ਉਹੀ ਮਾੜਾ ਰਿਹਾ, ਕਾਵਾਂ ਵਾਲਾ। ਫਿਰ ਤੂੰ ਅਗਲੇ ਦਿਨ ਆਇਆ, ਤੇ ਫਿਰ ਸਾਡੀ ਜੂਨ ਬਦਲ ਕੇ ਬਗਲਿਆਂ ਤੋਂ ਬਗਲਿਆਂ ਵਰਗੀ ਬਣ ਗਈ। ਤੀਜੇ ਦਿਨ ਤੂੰ ਆਇਆ ਤੇ ਅਸੀਂ ਹੰਸ ਬਣ ਗਏ। ਸਾਡਾ ਬਾਹਰੀ ਸਰੂਪ ਵੀ ਬਦਲ ਗਿਆ, ਅੰਦਰਲਾ ਸੁਭਾਅ ਵੀ ਸਾਡਾ ਬਦਲ ਗਿਆ। ਅੱਜ ਚੌਥੇ ਦਿਨ ਜਦ ਤੂੰ ਆਇਆ ਤੇ ਅਸੀਂ ਤੇਰੇ ਦਰਸ਼ਨ ਕੀਤੇ, ਤੇ ਸਾਡਾ ਉਹ ਸਰੀਰ ਵੀ ਛੁੱਟ ਗਿਆ, ਤੇ ਅਸੀਂ ਪਵਿੱਤਰ ਹੋ ਕੇ ਨਿਰਮਲ ਹੋ ਕੇ ਪਰਮੇਸ਼ਰ ਦੇ ਦੇਸ਼ ਜਾ ਰਹੇ ਹਾਂ। ਹੁਣ ਤੂੰ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕੀਤੇ। ਇਹੀ ਤਾਂ ਗੁਰਮੁਖਾਂ ਦੀ ਨਿਸ਼ਾਨੀ ਆ, ਹੋਰ ਕੀ ਭਾਲਦਾ ਤੂੰ? ਕੋ ਸਤਨਾਮ। ਕਹਿੰਦੇ ਵਾਹ ਮਹਾਰਾਜ। ਕਹਿੰਦੇ ਤੇਰੇ ਦਰਸ਼ਨ ਕਰ ਕਰਕੇ ਅਸੀਂ ਵੇਖ ਲਾ ਅੱਜ ਮੁਕਤ ਹੋ ਗਏ ਹਾਂ, ਔਰ ਸਰੀਰ ਸਾਡਾ ਛੁੱਟ ਗਿਆ, ਜੂਨੀਆਂ ਛੁੱਟ ਗਈਆਂ। ਹੁਣ ਅਸੀਂ ਦਿਵਿਆ ਰੂਪ ਧਾਰ ਕੇ ਪਰਮੇਸ਼ਰ ਵਿੱਚ ਮਿਲਣ ਜਾ ਰਹੇ ਹਾਂ। ਤਾਂ ਹਰ ਸਰ ਸਾਗਰ ਨਿਰਮਲ ਸੋਈ। ਹਰੀ ਜਿਹੜਾ ਹੈ ਉਹ ਸਾਗਰ ਦੀ ਨਿਆਈ ਆ, ਵਿਸ਼ਾਲ ਹੈ। ਨਿਰਮਲ ਮਤਲਬ ਪਵਿੱਤਰ ਹੈ। ਜਿਵੇਂ ਸਾਗਰ ਦਾ ਪਾਣੀ ਨਿਰਮਲ ਹੁੰਦਾ, ਜਿਵੇਂ ਸਰੋਵਰ ਦਾ ਪਾਣੀ ਨਿਰਮਲ ਹੁੰਦਾ, ਅਸੀਂ ਇਸ਼ਨਾਨ ਕਰਕੇ ਸਰੀਰ ਦੀਆਂ ਮੈਲਾਂ ਨਹੀਂ ਲਾਉਂਦੇ ਆ,
ਜਿੱਥੇ ਉੱਥੇ ਸਾਡੀ ਮੱਤ ਦੀਆਂ ਮੈਲਾਂ ਵੀ ਇੱਥੇ ਲਹਿੰਦੀਆਂ ਧਾਰਮਿਕ ਸਥਾਨ 'ਤੇ ਗੁਰੂ ਚਰਨਾਂ ਵਿੱਚ ਆ ਕੇ। ਹੋਰ ਕੀ ਹੁੰਦਾ? ਸੰਤ ਚੁਗੈ ਨਿਤ ਗੁਰਮੁਖ ਹੋਈ। ਤੇ ਜਦੋਂ ਸੰਤ ਹਰੀ ਸਾਗਰ ਦੇ ਵਿੱਚ ਜਾ ਕੇ ਬੈਠਦੇ ਹਨ, ਚੋਗਾ ਚੁਗਦੇ ਆ ਮੋਤੀਆਂ ਦਾ, ਉਹਨਾਂ ਦਾ ਸੁਭਾਅ ਬਦਲ ਜਾਂਦਾ। ਇੱਥੇ ਮੋਤੀਆਂ ਦਾ ਭਾਵ ਸ਼ਬਦ, ਜੋ ਸਾਡੀ ਸੁਰਤ ਸ਼ਬਦਾਂ ਨੂੰ ਸੁਣਦੀ ਹੈ, ਇਹਦਾ ਸੁਭਾਅ ਬਦਲ ਜਾਂਦਾ। ਫਿਰ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਨਿਆ। ਬਾਹਰੀ ਇਸ਼ਨਾਨ ਸਰੀਰ ਦਾ ਹੈ, ਪਰ ਇਹ ਅੰਦਰੂਨੀ ਇਸ਼ਨਾਨ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਿ ਰੰਗ। ਜਦੋਂ ਇਸ਼ਨਾਨ ਕਰਦਾ ਰੋਜ਼ ਗੁਰਮੁਖ ਗੁਰੂ ਚਰਨਾਂ ਵਿੱਚ ਬੈਠ ਕੇ, ਤਾਂ ਇਸ ਦੀ ਮੈਲ ਹੰਕਾਰ ਵਾਲੀ ਵੀ ਲਹਿ ਜਾਂਦੀ ਆ, ਜਿਵੇਂ ਬਗਲਿਆਂ ਤੋਂ ਹੰਸ ਬਣ ਜਾਣਾ। ਫਿਰ ਅੰਦਰੋਂ ਹਉਮੈ ਹੰਕਾਰ ਵੀ ਖਤਮ ਹੋ ਜਾਂਦਾ। ਨਿਰਮਲ ਹੰਸਾ ਪ੍ਰੇਮ ਪਿਆਰ, ਫਿਰ ਹੰਸ ਬਣ ਜਾਂਦੇ ਆ। ਭਾਵ ਜਿਵੇਂ ਭਾਈ ਪਾਰੋ ਨੂੰ ਗੁਰੂ ਅਮਰਦਾਸ ਜੀ ਪਰਮਹੰਸ ਕਹਿੰਦੇ ਸੀ। ਤੇ ਪਰਮਹੰਸ ਕੀ ਹੈ? ਉਹਨਾਂ ਦਾ ਜੀਵਨ ਇੰਨਾ ਪਵਿੱਤਰ ਹੋ ਗਿਆ ਸੀ, ਤਾਂ ਉਹਨਾਂ ਨੂੰ ਹੰਸਾਂ ਦੀ ਡੈਫੀਨੇਸ਼ਨ ਦਿੱਤੀ ਗਈ। ਕਿਸੇ ਬੰਦੇ ਨੂੰ ਅਸੀਂ ਕੁੱਤੇ ਵਰਗਾ ਕਹਿੰਦੇ ਹਾਂ ਜਦੋਂ ਲਾਲਚੀ ਹੁੰਦਾ। ਕਿਸੇ ਬੰਦੇ ਨੂੰ ਕਹਿੰਦੇ ਆ ਤਾਂ ਯਾਰ ਬਘਿਆੜ ਵਰਗਾ ਖਾਣ ਨੂੰ ਪੈਂਦਾ ਜਦੋਂ ਉਹਦਾ ਸੁਭਾਅ ਕਰੋਧੀ ਹੁੰਦਾ। ਜੇ ਇੱਥੇ ਸੁਭਾਅ ਬਦਲ ਗਿਆ ਤੇ ਉਹ ਹੰਸਾਂ ਵਰਗੇ ਹੋ ਗਏ, ਜਿਹੜੇ ਰੋਜ਼ ਸਤਸੰਗ ਕਰਦੇ ਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ। ਹੰਕਾਰ ਨੂੰ ਤਿਆਗ ਕੇ ਉਹ ਹਰੀ ਰੂਪੀ ਸਰੋਵਰ 'ਤੇ ਵਸਦੇ ਹਨ। ਇਹ ਨਿਸਪ੍ਰੀਤ ਸ਼ਬਦ ਸਾਚੈ, ਦਿਨ ਰਾਤ ਸੱਚੇ ਸ਼ਬਦ ਨਾਲ ਪ੍ਰੀਤੀ ਪਾਉਂਦੇ ਆ। ਹਰ ਸਰਵਸਾ ਪਾਵਣਿਆ। ਤੇ ਇੱਕ ਦਿਨ ਉਹ ਜਪਦੇ 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 ਹਰੀ ਰੂਪੀ ਸਰੋਵਰ ਦੇ ਵਿੱਚ ਮਿਲ ਜਾਂਦੇ ਆ, ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਹਨ, ਉਹਦੇ ਵਿੱਚ ਵਸ ਜਾਂਦੇ ਹੈ। ਦੂਜੇ ਪਾਸੇ ਥੋੜ੍ਹੀ ਜਿਹੀ ਗੱਲ ਮਨਮੁਖ ਦੀ ਕੀਤੀ ਹੈ, ਤਾਂ ਗੁਰਮੁਖਾਂ ਦੀ ਸਾਰੀ ਦੱਸੀ ਹੈ ਡੈਫੀਨੇਸ਼ਨ, ਉਹਨਾਂ ਦੀ ਜਾਣਕਾਰੀ। ਮਨਮੁਖ ਦੀ ਗੱਲ ਕਰਦੇ ਆ। ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ। ਜਿਹੜਾ ਮਨਮੁਖ ਹੈ ਉਹ ਬਗਲੇ ਦੀ ਨਿਆਈ ਆ। ਬਾਹਰੋਂ ਤਾਂ ਅਸੀਂ ਸਾਰੇ ਸਰੀਰ ਕਰਕੇ ਬੰਦੇ ਆ, ਪਰ ਅੰਦਰੋਂ ਸੁਭਾਅ ਕਿਸੇ ਦਾ ਬਗਲੇ ਵਰਗਾ, ਕਿਸੇ ਦਾ ਹੰਸ ਵਰਗਾ, ਕਿਸੇ ਦਾ ਕਾਂ ਵਰਗਾ, ਕਿਸੇ ਦਾ ਕੁੱਤੇ ਵਰਗਾ, ਕਿਸੇ ਦਾ ਬਘਿਆੜ ਵਰਗਾ, ਕਿਸੇ ਦਾ ਸੱਪਾਂ ਵਰਗਾ ਜ਼ਹਿਰੀਲਾ ਹੈ। ਬਾਹਰੋਂ ਬੰਦੇ ਆ, ਕਰਤੂਤ ਪਸ਼ੂ ਕੀ, ਮਾਨਸ ਜਾਤ ਦਿਸਦੇ ਬੰਦੇ ਆ, ਪਰ ਕੰਮ ਸਾਡੇ ਪਸ਼ੂਆਂ ਵਾਲੇ, ਤੇ ਫਿਰ ਸਾਨੂੰ ਪਸ਼ੂ ਕਿਹਾ ਜਾਂਦਾ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ। ਇਸ਼ਨਾਨ ਕਰੇ ਪਰ ਮੈਲ ਨਾ ਜਾਈ। ਭਾਵ ਜਿੰਨਾ ਚਿਰ ਮਨ ਨੂੰ ਗੁਰਮਤ ਨਾਲ ਨਹੀਂ ਜੋੜਦਾ, ਜਿੰਨਾ ਚਿਰ ਗੁਰਮੁਖ ਨਹੀਂ ਬਣਦਾ, ਮਨ ਦੇ ਮਗਰ ਚੱਲਦਾ, ਓਨਾ ਚਿਰ ਇਹਦੀਆਂ ਵਿਕਾਰਾਂ ਦੀਆਂ ਮੈਲਾਂ ਦੂਰ ਨਹੀਂ ਹੁੰਦੀਆਂ। ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਜੀਵਤ ਮਰੈ ਗੁਰ ਸ਼ਬਦ ਵਿਚਾਰੇ। ਤੇ ਜਿਹੜੇ ਜਿਉਂਦੇ ਮਰ ਜਾਂਦੇ ਹਨ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ, ਭਾਵ ਮਾੜੇ ਕੰਮਾਂ ਨੂੰ ਛੱਡ ਜਾਂਦੇ ਆ, ਮਾੜੀ ਬਿਰਤੀ ਛੱਡ ਦਿੰਦੇ ਆ, ਮਾੜੀ ਸੋਚ ਤਿਆਗ ਦਿੰਦੇ ਹਨ, ਇਹ ਜਿਉਂਦੇ ਮਰਨਾ। ਭਾਵ ਜਿਉਂਦੇ ਮਰਨਾ ਕੀ ਹੈ? ਗੁਰੂ ਵਾਲਾ ਬਣਨ ਤੋਂ ਪਹਿਲਾਂ ਠੇਕੇ ਵੱਲ ਜਾਂਦਾ ਸੀ, ਹੁਣ ਠੇਕੇ ਵੱਲ ਨਹੀਂ ਜਾਂਦਾ। ਮਰ ਗਿਆ, ਹੁਣ ਉਹਦੇ ਭਾਅ ਦਾ ਠੇਕਾ ਮਰ ਗਿਆ, ਉਹ ਠੇਕੇ ਵਾਲਿਆਂ ਦੇ ਭਾਅ ਦਾ ਮਰ ਗਿਆ, ਕਿਉਂਕਿ ਉਹ ਗੁਰਸਿੱਖ ਬਣ ਗਿਆ, ਹੁਣ ਪੀਣੀ ਨਹੀਂ। ਕਹੋ ਸਤਿਨਾਮ ਸ੍ਰੀ। ਤੇ ਇਹ ਹੈ ਜਿਉਂਦੇ ਮਰਨਾ। ਜਿਉਂਦੇ ਮਰਨ ਦਾ ਮਤਲਬ ਹੈ ਗੁਰਮਤਿ ਅਨੁਸਾਰ ਚੱਲਣਾ, ਮਨਮਤ ਤਿਆਗ ਦੇਣੀ। ਜਿਹੜੇ ਕੰਮ ਪਹਿਲਾਂ ਕਰਦਾ ਸੀਗਾ ਉਹ ਛੱਡ ਗਿਆ। ਕਈ ਵਾਰੀ ਦੋ ਬੀਬੀਆਂ ਲੜਦੀਆਂ ਕਹਿੰਦੀਆਂ, ਜਾਂ ਦੋ ਮਨੁੱਖ ਲੜਦੇ ਕਹਿੰਦੇ ਆ, ਸਕੇ ਭਰਾ ਹੋਣ, ਸਕੇ ਦੋਸਤ ਹੋਣ, ਮਿੱਤਰ ਹੋਣ, ਲੜ ਕੇ ਕਹਿੰਦੇ ਆ ਯਾਰ ਤੂੰ ਮੇਰੇ ਵੱਲੋਂ ਮਰਿਆ, ਮੈਂ ਤੇਰੇ ਵੱਲੋਂ ਮਰਿਆ, ਮੈਨੂੰ ਹੁਣ ਬੁਲਾਈ ਨਾ। ਕਹੋ ਸਤਿਨਾਮ ਸ੍ਰੀ। ਹੁੰਦਾ ਤਾਂ ਜਿਉਂਦਾ ਹੀ ਆ ਨਾ, ਪਰ ਇੱਕ ਦੂਜੇ ਤੋਂ ਇੰਨਾ ਮੁੱਖ ਮੋੜ ਲੈਂਦੇ ਆ ਕਿ ਹੁਣ ਮਿਲਦੇ ਹੀ ਨਹੀਂ ਇੱਕ ਦੂਜੇ ਨੂੰ। ਇਸੇ ਤਰ੍ਹਾਂ ਇਹ ਹੈ ਜਿਉਂਦੇ ਮਰਨਾ। ਸੰਸਾਰ ਵੱਲੋਂ ਬਿਰਤੀਆਂ ਨੂੰ ਮੋੜ ਕੇ ਗੁਰੂ ਨਾਲ ਜੋੜ ਲੈਣਾ। ਜੀਵਤ ਮਰੈ ਗੁਰ ਸ਼ਬਦ ਵਿਚਾਰੇ, ਹਉਮੈ ਮੈਲ ਚੁਕਾਵਨਿਆ। ਉਹ ਆਪਣੇ ਹੰਕਾਰ ਨੂੰ, ਵਿਕਾਰਾਂ ਨੂੰ ਤਿਆਗ ਕੇ, ਇਹਨਾਂ ਮੈਲਾਂ ਨੂੰ ਲਾਹ ਕੇ ਜਿਉਂਦੇ ਹੀ ਮਰ ਜਾਂਦੇ ਨੇ ਔਰ ਪਰਮੇਸ਼ਰ ਨਾਲ ਜੁੜ ਜਾਂਦੇ ਹਨ। ਇਸੀ ਪਵਿੱਤਰ ਸ਼ਬਦ ਦੀ ਵਿਚਾਰ, ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਨਮ ਦਿਹਾੜਾ ਹੈ, ਜਿਨ੍ਹਾਂ ਨੇ
ਅੱਜ ਦੇ ਦਿਨ ਮਾਤਲੋਕ ਵਿੱਚ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਜਨਮ ਧਾਰਿਆ। ਔਰ ਗੁਰੂ ਪਿਆਰਿਓ, ਇੱਕ ਦਿਨ ਇਹ ਸਾਰਿਆਂ ਤੋਂ ਛੋਟੇ ਸੀ ਨਾ, ਸਾਰਿਆਂ ਤੋਂ ਛੋਟੇ ਹੋਣ ਕਰਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਉਹ ਇਹਨਾਂ ਨੂੰ ਨਾਲ ਨਹੀਂ ਸੀ ਖਿਡਾਉਂਦੇ। ਇੱਕ ਦਿਨ ਦੀ ਗੱਲ ਇਹਨਾਂ ਦੀ ਜੀਵਨ ਦੀ ਹੈ ਘਟਨਾ। ਇਹ ਕਹਿੰਦੇ ਸਾਨੂੰ ਵੀ ਸ਼ਸਤਰ ਦਿਓ ਛੋਟੀ ਉਮਰ 'ਚ, ਕਹਿੰਦੇ ਸਾਨੂੰ ਵੀ ਤਲਵਾਰ ਫੜਾਓ, ਮੈਂ ਵੀ ਨਾਲ ਗੱਤਕਾ ਸਿੱਖਣਾ, ਮੈਂ ਵੀ ਨਾਲ ਖੇਡੂੰਗਾ। ਤੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਕਹਿਣਾ, ਭਾਈ ਸਾਹਿਬ ਤੁਸੀਂ ਬਹੁਤ ਛੋਟੇ ਹੋ, ਤਲਵਾਰ ਲੱਗ ਜੂਗੀ ਤੁਹਾਡੇ, ਤੁਸੀਂ ਬਹੁਤ ਛੋਟੇ ਹੋ। ਉਹ ਘਰੇ ਗਏ, ਘਰ ਜਾ ਕੇ ਨਾ ਸਿਰ 'ਤੇ ਦਸਤਾਰ ਬੰਨ੍ਹਣੀ ਸ਼ੁਰੂ ਕਰਤੀ। ਜਿਵੇਂ ਨਿਹੰਗ ਸਿੰਘਾਂ ਦੇ ਉੱਚਾ ਬੁੰਗਾ ਬੰਨ੍ਹਿਆ ਹੁੰਦਾ ਨਾ, ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਨੀਲੇ ਰੰਗ ਦੀ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ ਅਤੇ ਬਲੇਡਦੇ ਕੋਈ 2 ਗਿੱਠਾਂ ਉੱਚਾ ਕਰ ਲਿਆ ਸਿਰ ਤੋਂ। ਇੰਨੀ ਦਸਤਾਰ ਇਹਨਾਂ ਨੇ ਬੰਨ੍ਹੀ ਅਤੇ ਫਿਰ ਆ ਗਏ ਮੈਦਾਨ 'ਚ। ਕਹਿੰਦੇ ਹੁਣ ਤਾਂ ਵੱਡਾ ਹੋ ਗਿਆ ਮੈਂ, ਹੁਣ ਦੇਖੋ। ਅਤੇ ਨਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਦੱਸਦੇ ਆ, ਪਿਤਾ ਜੀ ਇਹ ਮੈਨੂੰ ਨਾਲ ਨਹੀਂ ਖਿਡਾਉਂਦੇ, ਮੈਨੂੰ ਕਹਿੰਦੇ ਤੂੰ ਛੋਟਾ ਹੈ, ਹੁਣ ਮੈਂ ਛੋਟਾ ਕਿਤੇ, ਹੁਣ ਦੇਖੋ। ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇਖ ਕੇ ਸਿਰ ਦੇ ਉੱਪਰ ਨਿਹੰਗ ਸਿੰਘ ਵਾਂਗੂ ਉੱਚਾ ਫਰਲਾ ਛੱਡਿਆ ਹੋਇਆ, ਉੱਚੀ ਦਸਤਾਰ ਬੰਨੀ ਹੋਈ ਦੇਖ ਕੇ ਕਹਿਣ ਲੱਗੇ, ਬਈ ਬਹੁਤ ਵੱਡਾ ਫਤਿਹ ਸਿੰਘ ਦਾ, ਨਾਲ ਖੜਾਓ ਇਹਨੂੰ। ਅਤੇ ਨਾਲ ਇੱਕ ਬਚਨ ਕੀਤਾ, ਤੋਰ ਜੈਸਾ ਚੱਲੇਗੋ ਇੱਕ ਪੰਥ ਹਮਾਰਾ। ਇਹ ਨਿਹੰਗ ਸਿੰਘਾਂ ਦਾ ਬਾਣਾ ਪਹਿਲਾਂ ਬਾਬਾ ਫਤਿਹ ਸਿੰਘ ਨੇ ਇਹ ਉੱਚੀ ਦਸਤਾਰ ਸਜਾਈ ਵੱਡੀ ਸਾਰੀ ਇੱਕ ਸਿਰ 'ਤੇ, ਅਤੇ ਉੱਥੋਂ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਤੇਰੇ ਵਰਗਾ ਸਾਡਾ ਇੱਕ ਪੰਥ ਹੋਵੇਗਾ। ਅਤੇ ਇਹ ਬਾਬਾ ਫਤਿਹ ਸਿੰਘ ਨਿਹੰਗ ਸਿੰਘ ਬਾਣੇ ਦੇ ਮੋਢੀ ਹੈ, ਕਹੋ ਸਤਿਨਾਮ ਸ੍ਰੀ। ਅਤੇ ਫਿਰ ਆਪ ਜੀ ਨੂੰ ਪਤਾ ਹੀ ਹੈ, ਨਿੱਕੀਆਂ ਜਿੰਦਾਂ ਅਤੇ ਵੱਡੇ ਸਾਕੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ, ਇਹਨਾਂ ਦੋਨਾਂ ਨੇ ਕੀਤੇ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ, ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦਾ ਅੱਜ ਜਨਮ ਹੋਇਆ। ਔਰ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਨੇ ਵਜੀਦੇ ਵਰਗਿਆਂ ਦੀਆਂ ਦੰਦਾਂ ਥੱਲੇ ਉਂਗਲਾਂ ਦੇਤੀਆਂ। ਭਾਵ ਉਹਨਾਂ ਨੂੰ ਸੋਚਾਂ 'ਚ ਪਾਤਾ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਖੂਨ ਹੈ ਉਹ ਵਾਕਿਆ ਹੀ ਬੜੀ ਤਾਕਤ ਵਾਲਾ ਹੈ। 7 ਤੇ 9 ਸਾਲ ਦੇ ਪੁੱਤਰ ਉਹਨਾਂ ਦੇ, ਸਾਡੇ ਡਰਾਏ ਤੋਂ ਡਰ ਨਹੀਂ ਰਹੇ। ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਬਹੁਤ ਸਾਰੇ ਲਾਲਚ ਦਿੱਤੇ, ਬਹੁਤ ਸਾਰੀਆਂ ਆਫਰਾਂ ਦਿੱਤੀਆਂ, ਤੁਸੀਂ ਮੁਸਲਮਾਨ ਬਣ ਜਾਓ। ਵਜੀਦਾ ਕਹਿੰਦਾ ਮੈਂ ਤੁਹਾਨੂੰ ਆਪਣੇ ਪੁੱਤਰ ਬਣਾ ਕੇ ਰੱਖੂੰਗਾ। ਅਤੇ ਸਾਹਿਬਜ਼ਾਦਿਆਂ ਨੇ ਗੁਰੂ ਪਿਆਰਿਓ ਉਸ ਵੇਲੇ ਫਿਰ ਮਾਤਾ ਗੁਜਰੀ ਦਿੱਤੀ ਹੋਈ ਸਿੱਖਿਆ ਦਾ ਪਾਲਣ ਕੀਤਾ, ਔਰ ਵਜੀਦੇ ਦੀਆਂ ਉਹਨਾਂ ਸੂਬੇਦਾਰੀਆਂ ਨੂੰ, ਉਹਨਾਂ ਜਗੀਰਾਂ ਨੂੰ, ਉਹਨਾਂ ਵੱਡੀਆਂ ਵੱਡੀਆਂ ਆਫਰਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤਾ। ਬਿਲਕੁਲ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਜੇ ਉਹਨੇ ਕਿਹਾ ਬਈ ਤੁਹਾਡਾ ਪਿਤਾ ਤਾਂ ਮਾਰਿਆ ਗਿਆ, ਤੁਹਾਡੇ ਵੱਡੇ ਭਾਈ ਵੀ ਮਾਰੇ ਗਏ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਬਚਿਆ। ਅਤੇ ਸਾਹਿਬਜ਼ਾਦਿਆਂ ਦਾ ਜਵਾਬ ਸੀ, ਛੋਟਿਆਂ ਦਾ ਦੋਨਾਂ ਦਾ, ਉਹ ਸਾਡੇ ਪਿਤਾ ਨੂੰ ਮਾਰਨ ਵਾਲਾ ਹਜੇ ਜੰਮਿਆ ਹੀ ਕੋਈ ਨਹੀਂ, ਕਹੋ ਸਤਿਨਾਮ ਸ੍ਰੀ। ਸਾਡੇ ਪਿਤਾ ਨੂੰ ਕੌਣ ਮਾਰ ਸਕਦਾ, ਉਹ ਨਹੀਂ ਮਰਨ ਵਾਲਾ, ਅਤੇ ਨਾ ਤੂੰ ਸਾਨੂੰ ਮਾਰ ਸਕਦਾ। ਸੋ ਐਸੇ ਮਹਾਨ ਯੋਧੇ, ਕੌਮ ਦੇ ਬਾਬੇ, ਛੋਟੀਆਂ ਉਮਰਾਂ ਵਿੱਚ ਵੱਡੇ ਸਾਕੇ ਕਰਨ ਵਾਲੇ। ਬਾਬਾ ਕੋਈ ਉਮਰ ਦਾ ਨਾਮ ਨਹੀਂ ਹੈ ਵੀ ਚਿੱਟੀ ਦਾੜੀ ਹੋ ਗਈ ਤਾਂ ਬਾਬਾ ਹੈ, ਇਹ ਵੱਡੇ ਕੰਮਾਂ ਦੇ ਨਾਂ ਹੀ ਬਾਬਾ ਹੈ, ਕਹੋ ਸਤਿਨਾਮ। ਚੰਗੇ ਕੰਮਾਂ ਦਾ ਨਾਂ ਹੀ ਬਾਬਾ ਹੈ। ਇਸ ਕਰਕੇ ਉਹ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਹੈ, ਉਹਨਾਂ ਨੂੰ ਫਤਿਹ ਅਰਜ਼ ਕਰਦੇ ਹਾਂ। ਸਾਡੀਆਂ ਨਮਸਕਾਰਾਂ ਪ੍ਰਵਾਨ ਕਰਨ ਉਹ ਸ਼ਹੀਦ, ਉਹ ਮਹਾਨ ਕੌਮ ਦੇ ਬਾਬੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਵਿਚਾਰਾਂ ਇੱਥੇ ਰੋਕਦੇ ਹਾਂ, ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।